कोई ओदी गड्डी नूं टच नहीं करिया मंत्री जी नूं ते कोई सुखा साडा नौजवान स्पीकर नाल गड्डी नूं राह दवाउंदा ते गड्डी लंघ गई है ते ओह पब्लिक जिहड़ी पब्लिक ने चुने ते ओह पब्लिक नूं टोसे दिखाउंदा कि ਅਸੀਂ अपना रोस भी जारी नहीं कर सकते क्योंकि साडा ਇਹ ਹੱਕ ਆ कि ਜਦੋਂ भी कोई अही आवाज पहुंचाउणी आ ਅਸੀਂ काले झंडे दिखा के ਜਾਂ सड़कों ते बह के फिर सरकार ਨੂੰ अपना रोस विखाउने आ। ਇਹ ਉਹ बीजेपी ਦੀ सरकार आ ਜਿਹੜੀ ਤਾਂ ਜਿਹੜੀ ਇੱਕੋ ਹੀ ਗੱਲ ਚਾਹੁੰਦੀ ਆ कि जो मैं कਹਾਂ ਉਹੀ ਹੋਵੇ, कोई गल दूजी ना होवे। कि एमएसपी है, एमएसपी रहेगी, एमएसपी थी। कहाँ है एमएसपी? कितना है उस पे एमएसपी? कितना सरकारी खरीद? आज साढ़े का सारा चुना 900, 1000, 1100, 1200 में जाना है, तेरा भी हटा जाना। ਸ਼ਹੀਦ ਹੋਏ ਕਿਸਾਨਾਂ ਦੀ ਅੰਤਿਮ ਅਰਦਾਸ ਸ਼ਾਮਲ ਹੋਏ ਹਜ਼ਾਰਾਂ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਨੂੰ ਦਿੱਤੀ ਚੇਤਾਵਨੀ। ਕਿਹਾ ਬੀਜੇਪੀ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਵੇ ਅਤੇ ਅਰਦਾਸ 'ਚ ਸ਼ਾਮਲ ਹੋਏ ਕਿਸਾਨ ਆਗੂਆਂ ਨੇ ਰੱਖੇ ਆਪਣੇ ਵਿਚਾਰ। ਬੇਨਤੀ ਕਰਾਂਗਾ ਕਿ ਥੋੜਾ ਜਿਹਾ ਸਾਰੇ ਧਿਆਨ ਇੱਧਰ ਨੂੰ ਦਿੱਤਾ ਜਾਵੇ। ਇੱਕ ਤੇ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਵਾਂ, ਜਦੋਂ ਗੱਡੀ ਪਹਿਲੀ ਟੱਕਰ ਵੱਜਦੀ ਹੈ ਉਹਦੇ ਵਿੱਚ 5 ਸਿੰਘਾਂ ਨੂੰ ਟੱਕਰ ਵੱਜਦੀ ਹੈ, ਜਿਹਦੇ ਵਿੱਚੋਂ 2 ਸਿੰਘ ਸ਼ਹੀਦ ਹੋ ਜਾਂਦੇ ਨੇ ਤੇ 3 ਸਿੰਘ ਉਹਦੇ ਵਿੱਚ ਬਚਦੇ ਨੇ, ਜਿਹਦੇ ਵਿੱਚੋਂ ਇੱਕ ਦਾਸ ਵੀ ਹੈ। ਵੇਖੋ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ, ਇਹ ਕਿਸਾਨੀ ਦੇ ਨਾਲ ਪੰਥ ਨੂੰ ਵੀ ਮੌਕੇ ਦੀ ਸਰਕਾਰ ਦਾ ਇੱਕ ਮੰਤਰੀ ਟੈਣੀ ਨੇ ਵੰਗਾਰਿਆ ਸੀ। ਪ੍ਰੋਗਰਾਮ ਖਤਮ ਕਰਕੇ ਰੋਡ ਤੇ ਜਾ ਰਹੇ ਸੀ, ਸਾਡੇ ਤੋਂ ਅੱਗੇ ਲਗਭਗ 250 ਤੋਂ 300 ਕਿਸਾਨ ਸਨ। ਮੇਰੇ ਨਾਲ ਇਹ ਜਿਹੜਾ ਲੜਕਾ ਗੁਰਵਿੰਦਰ ਹੈ, ਉਹਨੇ ਲਾਸਟ ਜਿਹੜੇ ਮੇਰੇ ਨਾਲ ਬੋਲੇ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ। ਉਹਨੇ ਮੈਨੂੰ ਇੱਕ ਗੱਲ ਕਹੀ, ਆਂਦਾ ਅੰਕਲ ਜੀ ਟੈਣੀ ਆਵੇਗਾ? ਮੈਂ ਟੈਣੀ ਆਉਣਾ ਤੇ ਸਹੀ, ਕਿਉਂਕਿ ਇਹਨਾਂ ਦਾ ਜਿਹੜਾ ਬਾਣਾ ਤੇ ਹੱਥ ਵਿੱਚ ਖੰਡਾ ਬੜਾ ਪਿਆਰਾ ਲੱਗ ਰਿਹਾ ਸੀ ਮੈਨੂੰ। ਉਹ ਬੱਚਾ ਪਹਿਲੀ ਵਾਰ ਮਿਲਿਆ ਤੇ ਮੇਰੀ ਜਿਹੜੀ ਅੱਖ ਸੀ ਉਸ ਬੱਚੇ ਦੇ ਵਿੱਚ ਹੀ ਸੀ, ਪਤਾ ਨਹੀਂ ਕਿਉਂ ਉਹ ਵੀ ਮੇਰੇ ਨਾਲ ਹੀ ਰਿਹਾ ਜੀ। नहीं हिंदी च नहीं मैं बोलांगा, मैं पंजाबी में बोलांगा जी। हाँ जी, जदों 250 ते 300 किसान अगे चल रहा सी, पिछे असी सा। बच्चा मैनू पूछता है अंकल जी टैनी आवेगा? मैं टैनी आवेगा ते आउना ते सही, मैं तेरे तो डरदा हुण कोई नहीं आउंदा। बस आही गल्लां करदे होए थोड़े अगे वधे आ। सानू नहीं पता लगा कि पिछों गड्डियां आ रही ने, सानू उदों ही पता लगा कि जदों एक्सीडेंट हो जाता है तो जदों मैं उठना वा तो अगे नूं मेरा जदों ध्यान जाता है, मैनू संगत ही डिग्गी दिसी है, गड्डियां चलदियां नहीं, गड्डियां रुकियां ही दिसियां ने जी। तुसीं ये हिसाब ला लो भी गड्डियां दी किन्नी रफ्तार होएगी कि एक बंदा डिग के उठे ते अगे डिग के उठता है तो जो अगर वह ध्यान जाता है तो गड्डियां खलोतियां होंदियां ने। ये तुसीं आप अंदाजा ला लिया जी। एक बेनती करांगा कि थोड़ा जिहा सारे ध्यान इधर नूं दिता जावे। एक तो मैं सब तो पहला ये दसना चाहना वा, जदों गड्डी पहली टक्कर वजदी है ਉਹਦੇ ਵਿੱਚ 5 ਸਿੰਘਾਂ ਨੂੰ ਟੱਕਰ ਵੱਜਦੀ ਹੈ, ਜਿਹਦੇ ਵਿੱਚੋਂ 2 ਸਿੰਘ ਸ਼ਹੀਦ ਹੋ ਜਾਂਦੇ ਨੇ ਤੇ 3 ਸਿੰਘ ਉਹਦੇ ਵਿੱਚ ਬਚਦੇ ਨੇ, ਜਿਹਦੇ ਵਿੱਚੋਂ ਇੱਕ ਦਾਸ ਵੀ ਹੈ। ਵੇਖੋ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ, ਇਹ ਕਿਸਾਨੀ ਦੇ ਨਾਲ ਪੰਥ ਨੂੰ ਵੀ ਮੌਕੇ ਦੀ ਸਰਕਾਰ ਦਾ ਇੱਕ ਮੰਤਰੀ ਟੈਣੀ ਨੇ ਵੰਗਾਰਿਆ ਸੀ।
ਪ੍ਰੋਗਰਾਮ ਖਤਮ ਕਰਕੇ ਰੋਡ ਤੇ ਜਾ ਰਹੇ ਸੀ। ਸਾਡੇ ਤੋਂ ਅੱਗੇ ਲਗਭਗ 250 ਤੋਂ 300 ਕਿਸਾਨ ਸਨ। ਮੇਰੇ ਨਾਲ ਇਹ ਜਿਹੜਾ ਲੜਕਾ ਗੁਰਵਿੰਦਰ ਹੈ, ਉਹਨੇ ਲਾਸਟ ਜਿਹੜੇ ਮੇਰੇ ਨਾਲ ਬੋਲੇ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ। ਉਹਨੇ ਮੈਨੂੰ ਇੱਕ ਗੱਲ ਕਹੀ, ਆਂਦਾ ਅੰਕਲ ਜੀ ਟੈਣੀ ਆਵੇਗਾ। ਮੈਂ ਟੈਣੀ ਆਉਣਾ ਤੇ ਸਹੀ, ਕਿਉਂਕਿ ਇਹਨਾਂ ਦਾ ਜਿਹੜਾ ਬਾਣਾ ਤੇ ਹੱਥ ਵਿੱਚ ਖੰਡਾ ਬੜਾ ਪਿਆਰਾ ਲੱਗ ਰਿਹਾ ਸੀ ਮੈਨੂੰ। ਉਹ ਬੱਚਾ ਪਹਿਲੀ ਵਾਰ ਮਿਲਿਆ ਤੇ ਮੇਰੀ ਜਿਹੜੀ ਅੱਖ ਸੀ ਉਸ ਬੱਚੇ ਦੇ ਵਿੱਚ ਹੀ ਸੀ, ਪਤਾ ਨਹੀਂ ਕਿਉਂ ਉਹ ਵੀ ਮੇਰੇ ਨਾਲ ਹੀ ਰਿਹਾ ਜੀ। ਨਹੀਂ ਹਿੰਦੀ 'ਚ ਨਹੀਂ ਮੈਂ ਬੋਲਾਂਗਾ, ਮੈਂ ਪੰਜਾਬੀ ਵਿੱਚ ਬੋਲਾਂਗਾ ਜੀ। ਹਾਂਜੀ, ਜਦੋਂ 250 ਤੇ 300 ਕਿਸਾਨ ਅੱਗੇ ਚੱਲ ਰਿਹਾ ਸੀ, ਪਿੱਛੇ ਅਸੀਂ ਸਾਂ। ਬੱਚਾ ਮੈਨੂੰ ਪੁੱਛਦਾ ਹੈ ਅੰਕਲ ਜੀ ਟੈਣੀ ਆਵੇਗਾ। ਮੈਂ ਕਿਹਾ ਟੈਣੀ ਆਵੇਗਾ ਤੇ ਆਉਣਾ ਤੇ ਸਹੀ, ਮੈਂ ਤੇਰੇ ਤੋਂ ਡਰਦਾ ਹੁਣ ਕੋਈ ਨਹੀਂ ਆਉਂਦਾ। ਬਸ ਆਹ ਹੀ ਗੱਲਾਂ ਕਰਦੇ ਹੋਏ ਥੋੜੇ ਅੱਗੇ ਵਧੇ ਹਾਂ। ਸਾਨੂੰ ਨਹੀਂ ਪਤਾ ਲੱਗਾ ਵੀ ਪਿੱਛੋਂ ਗੱਡੀਆਂ ਆ ਰਹੀਆਂ ਨੇ। ਸਾਨੂੰ ਉਦੋਂ ਹੀ ਪਤਾ ਲੱਗਾ ਕਿ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਤੇ ਜਦੋਂ ਮੈਂ ਉੱਠਣਾ ਵਾ ਤੇ ਅੱਗੇ ਨੂੰ ਮੇਰਾ ਜਦੋਂ ਧਿਆਨ ਜਾਂਦਾ ਹੈ, ਮੈਨੂੰ ਸੰਗਤ ਹੀ ਡਿੱਗੀ ਦਿਸੀ ਹੈ। ਗੱਡੀਆਂ ਚੱਲਦੀਆਂ ਨਹੀਂ, ਗੱਡੀਆਂ ਰੁਕੀਆਂ ਹੀ ਦਿਸੀਆਂ ਨੇ ਜੀ। ਤੁਸੀਂ ਇਹ ਹਿਸਾਬ ਲਾ ਲਓ ਵੀ ਗੱਡੀਆਂ ਦੀ ਕਿੰਨੀ ਰਫ਼ਤਾਰ ਹੋਏਗੀ ਕਿ ਇੱਕ ਬੰਦਾ ਡਿੱਗ ਕੇ ਉੱਠੇ ਤੇ ਅੱਗੇ ਡਿੱਗ ਕੇ ਉੱਠਦਾ ਤੇ ਜਦੋਂ ਅਗਾਂ ਨੂੰ ਉਹਦਾ ਧਿਆਨ ਜਾਂਦਾ। ਅੱਜ ਆਪਾਂ ਉਹਨਾਂ ਯੋਧਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਨ ਆਏ ਆ। ਕਿਸੇ ਨੇ ਕਿਹਾ ਜਨਮੀ ਜਨੇ ਤੇ ਭਗਤ ਜਨ, ਜਾਂ ਦਾਤਾ ਜਾਂ ਸੂਰ, ਨਹੀਂ तो जननी बाज रहे काहे गवावे तू। जे मां ने पुत्र जमना ते कोई सूरमा होवे, कोई दानी होवे, कोई भगत होवे, जेड़े देश दे कौम दे लेखे आउण, लेखे लगन और फिर शहीदां दे मड़ियां ते मेले लगदे ने। उन्हां मावां नूं लोग याद करदे ने, जिवें कि अज ਤੁਸੀਂ ਵੇਖਦੇ ਹੋ ਸ਼ਹੀਦ ਭਗਤ ਸਿੰਘ ਦੀ ਮਾਤਾ ਮਾਇਆਵਤੀ ਤੇ ਪਿਤਾ ਕਿਸ਼ਨ ਸਿੰਘ ਨੂੰ ਯਾਦ ਕਰਦੇ ਨੇ ਲੋਕ। ਅੱਜ ਉਹ ਵੇਲਾ ਹੈ, ਅੱਜ ਜਿਵੇਂ ਕਿ ਅੰਗਰੇਜ਼ਾਂ ਦੇ ਟਾਈਮ ਵੱਡਾ ਸੰਘਰਸ਼ ਕਰਨਾ ਪਿਆ ਸੀ ਉਸ ਗੁਲਾਮੀ ਤੋਂ ਪਿੱਛਾ ਛੁਡਾਉਣ ਲਈ। ਅੱਜ ਸਾਡੇ ਦੇਸ਼ ਨੂੰ ਆਰਥਿਕ ਗੁਲਾਮ ਕੀਤਾ ਜਾ ਰਿਹਾ ਹੈ। ਇਹ ਵੀ ਘੱਟ ਨਹੀਂ, ਇਹ ਵੀ ਉਹਨਾਂ ਗੋਰਿਆਂ ਨਾਲੋਂ ਘੱਟ ਨਹੀਂ ਤੇ ਉਹਨਾਂ ਗੋਰਿਆਂ ਦੇ ਨਾਲ ਲੜਦੇ ਹੋਏ ਜਿਹੜੇ ਕਾਲੇ ਗੋਰੇ ਨੇ ਅੱਜ ਰਾਜ ਤੇ ਸੱਤਾ। ਨੁਕਸਾਨ ਜੇ ਕਹਿ ਦਈਏ ਦੇਸ਼ ਦਾ 70 ਸਾਲ ਦੇ ਵਿੱਚ ਹੋਇਆ, ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੁਕਸਾਨ ਮੋਦੀ ਨੇ 7 ਸਾਲ ਦੇ ਵਿੱਚ ਦੇਸ਼ ਦਾ ਨੁਕਸਾਨ ਕਰਤਾ। मेरा ख्याल है वो नुकसान देश दियां कौमां ਉਹਦੇ ਖਿਲਾਫ ਸੰਘਰਸ਼ ਲੜਨਾ ਤੇ ਉਹਨੂੰ ਜਰ ਵੀ ਲੈਂਦੀਆਂ। ਪਰ ਜੇ ਦੇਸ਼ ਦੇ ਮੁਖੀ ਬਿਆਨ ਗਲਤ ਦੇਣ ਲੱਗ ਜਾਣ ਦੇਸ਼ ਦੀਆਂ ਕੌਮਾਂ ਵਾਸਤੇ, ਕਿਸਾਨਾਂ ਮਜ਼ਦੂਰਾਂ ਵਾਸਤੇ, ਸਭ ਤੋਂ ਪਹਿਲਾਂ ਜਿਹੜਾ ਸਾਡਾ ਸੰਯੁਕਤ ਮੋਰਚਾ ਸੰਘਰਸ਼ ਲੜ ਰਿਹਾ ਹੈ ਉਹਦੇ ਖਿਲਾਫ ਦੇਸ਼ ਦਾ ਪ੍ਰਧਾਨ ਮੰਤਰੀ ਮੱਦੀ ਭਾਸ਼ਾ ਬੋਲਿਆ ਜੇ ਬੋਲਿਆ। ਇੱਥੋਂ ਤੱਕ ਕਿਹਾ, ਮੈਨੂੰ ਕਹਿਣ ਬੜੀ ਦੁੱਖ ਦੀ ਗੱਲ ਆਉਂਦੀ ਹੈ ਅੰਦੋਲਨਕਾਰੀਆਂ ਨੂੰ ਇੱਕ ਨੇ ਕਹਿ ਦਈਏ ਨਾਲੀ ਦੇ ਕੀੜੇ, ਕਿਹਾ ਨਾਲੀ ਦੇ ਕੀੜੇ। ਮੈਨੂੰ ਉਹਦੇ ਵੀ ਪ੍ਰੈਸ ਨੇ ਪੁੱਛਿਆ ਸੀਗਾ, ਕਹਿੰਦੇ ਪ੍ਰਧਾਨ ਮੰਤਰੀ ਬੋਲਿਆ। ਮੈਂ ਕਿਹਾ ਜਿਹੇ ਸਾਡੇ ਖਿਲਾਫ ਹੀ ਬੋਲਿਆ, ਸਾਡੇ ਅੰਦੋਲਨ ਨੇ ਇਸ ਹਕਾਰੇ ਹੋਏ ਪ੍ਰਧਾਨ ਮੰਤਰੀ ਨੂੰ ਅਸੀਂ ਬੁਲਾ ਲਿਆ। ਤੇ ਮੇਰੇ ਕਿਸਾਨ ਵੀਰੋ, ਠੀਕ ਹੈ ਸਾਡੇ 4 ਕਿਸਾਨ ਸ਼ਹੀਦ ਹੋਏ ਨੇ, ਇੱਕ ਪੱਤਰਕਾਰ ਸ਼ਹੀਦ ਹੋਇਆ, ਪਰ 3 ਬੰਦਿਆਂ ਦੀਆਂ ਹੋਰ ਵੀ ਜਾਨਾਂ ਗਈਆਂ। ਇਹ 8 ਬੰਦਿਆਂ ਦੀਆਂ ਜਾਨਾਂ ਜਾਣ ਦਾ ਜ਼ਿੰਮੇਵਾਰ
इसके सामने ਉਹਦੇ ਕਾਤਲ ਦਾ ਪਰਚਾ ਪੰਜਾਂ ਦਾ ਨਹੀਂ ਹੋਣਾ ਚਾਹੀਦਾ। ਆਪਾਂ ਨੂੰ ਸੰਯੁਕਤ ਮੋਰਚੇ ਨੂੰ ਮੰਗ ਕਰਨੀ ਚਾਹੀਦੀ ਹੈ। ਕਾਤਲ ਦਾ ਪਰਚਾ ਪਿਓ ਪੁੱਤਾਂ ਦੇ ਅੱਖਾਂ ਦਾ ਹੋਣਾ ਚਾਹੀਦਾ। ਸਾਨੂੰ ਇਹ ਮੰਗ ਕਰਨੀ ਚਾਹੀਦੀ ਹੈ। ਉਹ ਜ਼ਿੰਮੇਵਾਰ ਹੈ। ਵੀਡੀਓ ਦੇਖੀ ਹੈ, ਮੰਤਰੀ ਦੀ ਗੱਡੀ ਲੰਘਦੀ ਹੈ, ਠੀਕ ਹੈ, ਨਾਰੇ ਲਾਉਣਾ, ਧਰਨੇ ਦੇਣਾ ਸਾਡਾ ਮੌਲਿਕ ਅਧਿਕਾਰ ਹੈ। ਸਾਡੇ ਕਿਸਾਨ ਨਾਰੇ ਲਾਉਂਦੇ ਨੇ, ਕਾਲੇ ਝੰਡੇ ਦਿਖਾਉਂਦੇ ਨੇ, ਉਹ ਸਾਡਾ ਮੌਲਿਕ ਅਧਿਕਾਰ ਹੈ। ਕੋਈ ਉਹਦੀ ਗੱਡੀ ਨੂੰ ਟੈਚ ਨਹੀਂ ਕਰਿਆ ਮੰਤਰੀ ਦੀ ਨੂੰ, ਤੇ ਕੋਈ ਸੁਭਾ ਸਾਡਾ ਨੌਜਵਾਨ ਸਪੀਕਰ ਨਾਲ ਗੱਡੀ ਨੂੰ ਰਾਹ ਦਵਾਉਂਦਾ ਤੇ ਗੱਡੀ ਲੰਘ ਗਈ ਹੈ ਤੇ ਉਹ ਪਬਲਿਕ ਜਿਹੜੀ ਪਬਲਿਕ ਨੇ ਚੁਣੇ ਤੇ ਉਹ ਪਬਲਿਕ ਨੂੰ ਟੋਸੇ ਦਿਖਾਉਂਦਾ। ਟੋਸਾ ਦਿਖਾਉਣਾ ਪੰਜਾਬੀ ਦੇ ਵਿੱਚ ਆਪਾਂ ਸਾਰੇ ਸਮਝਦੇ ਵੀ ਕੀ ਚੀਜ਼ ਹੁੰਦੀ ਹੈ। ਤੇ ਫੇਰ ਸਟੇਜ ਤੋਂ ਲਾ ਕੇ ਭਾਸ਼ਣ ਕੀ ਦਿੰਦਾ, ਉਹ ਗੱਲ ਸੱਚ ਦੀ ਆ ਉਹਦੇ ਮੂੰਹੋਂ। ਕਹਿੰਦਾ ਮੈਨੂੰ ਤੁਸੀਂ ਐਮਐਲਏ ਨਾ ਸਮਝਿਓ, ਮੈਨੂੰ ਤੁਸੀਂ ਮੰਤਰੀ ਨਾ ਸਮਝਿਓ। ਓਏ ਅਸੀਂ ਤਾਂ ਤੈਨੂੰ ਸਮਝਦੇ ਹੀ ਨਹੀਂ। ਕਹਿੰਦਾ ਤੈਨੂੰ ਸਮਝਦਾ ਵੀ ਤੂੰ ਕਾਤਲ ਹੈ, ਤੂੰ ਗੁੰਡਾ ਹੈ, ਤੂੰ ਵਿਗੜਿਆ ਹੋਇਆ ਬੰਦਾ ਹੈ। ਸਟੇਜ ਦੇ ਵਿੱਚੋਂ ਕਹਿੰਦਾ ਤੁਸੀਂ ਤਾਂ ਮਤਲਬ 4 ਦਿਨਾਂ ਤੇ ਜਿੰਨੇ ਪੰਜਾਬੀ ਹੋ ਤੁਸੀਂ ਤਾਂ ਯੂਪੀ ਛੱਡ ਜਾਓਗੇ, ਤੁਸੀਂ ਤਾਂ ਏਰੀਆ ਛੱਡ ਜਾਓਗੇ। ਸਾਨੂੰ ਮਾਜ ਦਾ ਲਾਲ ਕਿਸਾਨਾਂ ਨੂੰ ਕਿਹੜਾ ਇਲਾਕਾ ਛਡਾ ਸਕਦਾ ਹੈ? ਕਈ ਵਾਰ ਇੱਥੇ ਗੱਲ ਚੱਲਦੀ ਹੈ ਵੀ ਜਿਹੜੀ ਇਹ ਪਾਰਟੀ ਹੈ, ਜਿਹੜੀਆਂ ਇਹਦੀਆਂ ਧਰਮਕ ਜਥੇਬੰਦੀਆਂ, ਮੈਂ ਇੱਕੋ ਗੱਲ ਕਹਿ ਕੇ ਗੱਲ ਸਮਾਪਤ ਕਰਨੀ ਹੈ ਵੀ ਇਹ ਦੂਜੇ ਧਰਮਾਂ ਨੂੰ ਨਿਗਲ ਲਾਉਂਦੀਆਂ ਨੇਗੀਆਂ। ਇਹਨਾਂ ਨੇ ਬੁੱਧ ਧਰਮ ਨਿਕਲਿਆ, ਜੈਨ ਧਰਮ ਨਿਕਲਿਆ, ਕੋਈ ਸਿੱਖ ਧਰਮ ਉਹ ਨਹੀਂ ਹੈਗਾ ਵੀ ਅਸੀਂ ਕੋਈ ਪੂਜਾ ਕਰਕੇ ਇਹਨੂੰ ਪੈਦਾ ਕੀਤਾ। ਸਿੱਖ ਧਰਮ ਕੁਰਬਾਨੀਆਂ ਦੇ ਕੇ, ਸੀਸ ਦੇ ਕੇ ਸਿੱਖ ਧਰਮ ਤਲਵਾਰ ਦੇ ਵਿੱਚੋਂ ਪੈਦਾ ਹੋਇਆ। ਇਹਨੂੰ ਮਾਈ ਦਾ ਲਾਲ ਕੋਈ ਖਤਮ ਕਰਨ ਵਾਲਾ ਨਹੀਂ, ਰਹਿੰਦੀ ਦੁਨੀਆ ਤੇ ਲੜੂਗਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਆਪਣੀ ਜਥੇਬੰਦੀ ਵੱਲੋਂ, ਸੰਯੁਕਤ ਮੋਰਚੇ ਵੱਲੋਂ ਸਾਰਿਆਂ ਦਾ ਰੂਪ ਭੇਟ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। अब आपके सामने प्रोफेसर महेंद्र प्रताप खुराना जी जेएनयू के हैं। बलदेव सिंह निहालगढ़ आ जाए मंच पर। उसके बाद सत्य प्रकाश श्रीवास्तव, प्रधारी किसान सेवा आज 11 बजे से 12 बजे तक देश के कोना कोना में हमारे 500 शहीदों को संयुक्त मोर्चा के तमाम जो कार्यकर्ता हैं उन्होंने याद किया। आने वाले समय में जलियांवाला बाग के मान शहीदों और उसी की उपज शहीद उधम सिंह, शहीद आजम भगत सिंह की तरह ही हमारे इन शहीदों को याद किया जाएगा। मैं इस सभा में भी जिक्र करना चाहूंगा कि 3 तारीख के उस नरसंहार में हमारे बहुत सारे साथी घायल हुए हैं, जिसमें सरदार तेजेंद्र सिंह जी हमारे संयुक्त मोर्चा के एक नेता हैं। सवाल है 3 तारीख को ये हमला क्यों हुआ? आप सब जानते हैं। आज तक पुलिस और प्रशासन ने, इस सरकार ने जो साजिशें की उसमें हम ये पीछे नहीं हटा सकते। आज साजिश का हमको विफल किया है। हम भाजपा ने हिटलरशाही तरीका लिया है, अपनी पार्टी के लोगों को गुंडागर्दी के लिए उतारा है। हम इसका मुकाबला करेंगे, हम इससे लड़ेंगे। आशीष मिश्रा बेशक गिरफ्तार हुए हैं, लेकिन उनके पिता जो केंद्र के मंत्री हैं, वो क्रिमिनल हैं, अपराधी हैं, उनको भी तुरंत गिरफ्तार किया जाए। सवाल है संयुक्त मोर्चा ये ਸ਼ਹੀਦ ਪਰਿਵਾਰਾਂ ਦੇ ਤੇ ਸੰਯੁਕਤ ਮੋਰਚੇ ਦੇ ਤੇ ਸਾਡੇ ਸਾਥੀ ਕਿਸਾਨ ਵੀਰੋ, ਗੱਜ ਕੇ ਫਤਿਹ ਬੁਲਾਇਓ। ਫਤਿਹ ਵਿੱਚ ਵਾਹਿਗੁਰੂ ਦਾ ਨਾਮ ਆਉਂਦਾ। ਇਹ ਕਰਕੇ ਸਾਥੀਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਕਿ ਫਤਿਹ ਦੀ ਜਵਾਬ ਫਤਿਹ 'ਚ ਜ਼ਰੂਰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਸਾਡੇ 5 ਯੋਧੇ ਸ਼ਹੀਦ
ਜਿਨ੍ਹਾਂ ਦੇ ਉੱਤੇ ਔਰੰਗਜ਼ੇਬ ਦੀ ਇਸ ਸਰਕਾਰ ਨੇ, ਜਿਹਨੂੰ ਆਪਾਂ ਔਰੰਗਜ਼ੇਬ ਦੀ ਸਰਕਾਰ ਕਹਿ ਸਕਦੇ ਆ, ਗੱਡੀਆਂ ਲਗਾਈਆਂ, ਉਹਨਾਂ ਨੂੰ ਕੁਚਲਿਆ ਗਿਆ। ਪਰ ਸਾਥੀਓ, ਬਹੁਤ ਮਾੜੀ ਗੱਲ ਹੈ ਇਹ ਸਰਕਾਰ ਵਾਸਤੇ ਕਿ ਅਸੀਂ ਆਪਣਾ ਰੋਸ ਵੀ ਜਾਰੀ ਨਹੀਂ ਕਰ ਸਕਦੇ, ਕਿਉਂਕਿ ਸਾਡਾ ਇਹ ਹੱਕ ਆ ਕਿ ਜਦੋਂ ਵੀ ਕੋਈ ਅਸੀਂ ਆਵਾਜ਼ ਪਹੁੰਚਾਉਣੀ ਆ ਤੇ ਆਪਣੀ ਆਵਾਜ਼ ਅਸੀਂ ਕਾਲੇ ਝੰਡੇ ਦਿਖਾ ਕੇ ਜਾਂ ਸੜਕਾਂ ਤੇ ਬਹਿ ਕੇ ਫਿਰ ਸਰਕਾਰ ਨੂੰ ਆਪਣਾ ਰੋਸ ਵਿਖਾਉਂਦੇ ਆ। ਤੇ ਫਿਰ ਸਾਡੇ ਕਿਸਾਨ ਵੀਰਾਂ ਨਾਲ, ਸਾਡੇ ਇਹਨਾਂ ਯੋਧਿਆਂ ਨਾਲ ਉਹ ਹਰਕਤਾਂ ਹੋਈਆਂ ਕਿ ਰੋਸ ਵਿਖਾ ਕੇ ਵੀਰ ਸੜਕ ਤੇ ਜਾ ਰਹੇ ਸੀ ਤੇ ਉਹਨਾਂ ਦੇ ਉੱਤੋਂ ਦੀ ਗੱਡੀਆਂ ਲੰਘਾਈਆਂ ਗਈਆਂ। ਸਾਥੀਓ, ਇਹ ਜਲਿਆਂਵਾਲਾ ਬਾਗ ਤੋਂ ਕੋਈ ਘੱਟ ਵਾਰਦਾਤ ਨਹੀਂ ਹੋਈ। ਇਹ ਦੂਜਾ ਜਲਿਆਂਵਾਲਾ ਬਾਗ ਬਣਿਆ ਇਹ ਬੀਜੇਪੀ ਦੀ ਸਰਕਾਰ ਨੇ। ਇਹ ਉਹ ਬੀਜੇਪੀ ਦੀ ਸਰਕਾਰ ਆ ਜਿਹੜੀ ਤਾਂ ਜਿਹੜੀ ਇੱਕੋ ਹੀ ਗੱਲ ਚਾਹੁੰਦੀ ਆ ਕਿ ਜੋ ਮੈਂ ਕਹਾਂ ਉਹੀ ਹੋਵੇ, ਕੋਈ ਗੱਲ ਦੂਜੀ ਨਾ ਹੋਵੇ। ਸਾਡੇ ਫੌਜੀ ਵੀਰ ਕਿਸਾਨਾਂ ਦੇ ਬੇਟੇ ਫੌਜ ਦੇ ਬਾਰਡਰਾਂ ਤੇ ਰਾਖੀ ਕਰਦੇ ਤੇ ਉੱਥੇ ਵੀ ਸ਼ਹੀਦ ਸਾਡੇ ਉਹਨੂੰ ਫੜ ਕੇ ਬਰਾਬਰ ਜੇਲ੍ਹ ਦੇ ਵਿੱਚ ਘੁੰਮਾਇਆ ਜਾਵੇ। ਅਸੀਂ ਦੇਖ ਰਹੇ ਹਾਂ, ਇਸੇ ਕਰਕੇ ਤਾਂ ਅਸੀਂ ਕਹਿੰਦੇ ਬਈ ਵੀ ਇਹ ਗੱਲ ਪੂਰੇ ਕੰਮ ਦੀ ਸਰਕਾਰ ਹੈ। ਇਹ ਬੜੇ ਸਰਮਾਏਦਾਰਾਂ ਦੀ ਸਰਕਾਰ, ਪੂੰਜੀਪਤੀਆਂ ਦੀ ਸਰਕਾਰ ਹੈ। ਇਹ ਸਰਕਾਰ ਤੁਹਾਡੀ ਕਦੇ ਬਣ ਨਹੀਂ ਸਕਦੀ। ਇਹਨੇ ਉਹਦੇ ਹਿੱਤ ਪੂਰਨ ਵਾਸਤੇ ਇਹ ਜਿਹੇ ਕਾਨੂੰਨ ਬਣਾਉਣੇ ਨੇ, ਉਹ ਕਾਨੂੰਨਾਂ ਨੂੰ ਲਾਗੂ ਕਰਨ ਦੀ ਖਾਤਰ ਤੁਹਾਡੇ ਵਿੱਚ ਜਬਰ ਕਰਕੇ ਤੁਹਾਨੂੰ ਡਰਾਉਣਾ, ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ। ਅੱਜ ਵੀ ਜਾ ਕੇ ਕੀ ਹੈਗਾ ਸ਼ਾਮ ਨੂੰ ਜਦੋਂ ਅਸੀਂ ਇਸ ਖਿੱਤੇ ਦੇ ਵਿੱਚੋਂ ਵੀ ਨਿਕਲਿਆ, ਪਤਾ ਲੱਗਾ ਵੀ ਇੱਕ ਬੜਾ ਪੁਰਸਾਦ ਘਰ ਜਾ ਕੇ ਘਰਾਂ ਕਹਿ ਰਿਹਾ ਹੈ ਕਿ ਜੇ ਕੋਈ ਤੁਹਾਡੇ ਤੇ ਖਬਰਦਾਰ ਹੋ ਜਾਓ, ਘਰਾਂ ਦੇ ਵਿੱਚੋਂ ਜਬਰੀ ਨੱਪ ਕੇ ਕਿਹਾ ਵੀ ਘਰਾਂ ਦੇ ਵਿੱਚੋਂ ਬਾਹਰ ਨਹੀਂ ਜਾਣ ਦੇਣਾ ਤੇ ਧਰਤੀ ਲਿਖਣਾ ਜਾਇਆ ਤੇ ਤੈਨੂੰ ਹਿੰਦੂ ਸਿੱਖਾਂ ਦਾ ਪੱਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਜ਼ਰੂਰ ਭਾਰਤੀ ਲੋਕਾਂ ਨੂੰ ਆਪ ਪੜਾ ਕੇ ਇਹਨਾਂ ਦੀ ਰੋਟੀ ਤੇਜ਼ ਕਰਨਾ ਚਾਹੁੰਦੇ ਹੋ। ਇਹ ਅੰਦੋਲਨਾਂ ਨੂੰ ਫੇਰ ਕਰ ਦੇਣਾ। ਇਹ ਮਨਸੂਬੇ ਤੁਹਾਡੇ ਕਾਮਯਾਬ ਨਹੀਂ ਹੋਣ ਦੇਵਾਂਗੇ। ਆ ਰਹੀਆਂ ਨੇ ਬੜੀਆਂ ਬੜੀਆਂ ਪੂੰਜੀਪਤ ਕੰਪਨੀਆਂ ਤੁਹਾਡੇ ਨੂੰ ਡਰਾਉਣ ਖਾਤਰ। ਆਹ ਖੇਤਾਂ ਦੇ ਵਿੱਚ ਵਧੀਆ ਫਸਲਾਂ ਦਾ ਦੇਖ ਕੇ ਦੁੱਖ ਹੋਇਆ। ਆਹ ਝੋਨੇ ਜਦੋਂ ਅਸੀਂ ਦੇਖੇ ਨੇ ਕੱਲ੍ਹ ਨੂੰ ਹਟਾਣੇ ਪੈਸੇ ਚੌਲ ਦੇਖੇ ਨੇ, ਆਹ ਚੌਲ ਨੇ ਜਿਹੜੇ ਭਾਈ ਇਹ 940 ਰੁਪਈਆਂ ਨੂੰ ਵੇਚ ਕੇ ਆਇਆ, 940 ਨੂੰ, ਜਿਹਦੀ ਕੀਮਤ 1940 ਰੁਪਏ ਹੈ। ਇੱਥੇ ਮੰਡੀ ਨਹੀਂ ਹੈ ਤੇ ਤੁਸੀਂ ਪਕਾ ਰਹੇ ਹੋ, ਪਚਾ ਰਹੇ ਹੋ कि एमएसपी है, एमएसपी रहेगी, एमएसपी थी। कहाँ है एमएसपी? कितना है पे एमएसपी? कितना सरकारी खरीद? आज सारे का सारा चोना 900, 1000, 1100, 1200 में जाना है, तेरा के हत्ता जाना। उन्होंने हक्का की राखी करने की खातर तुम डर रहे हो। तुम साढ़े मार रहे हो, मार के दहशत पैदा कर रहे हो कि खबरदार के सरकार के खिलाफ एक शब्द बोले ਤਾਂ ਆਹ ਦੇਖ ਲਓ ਤਕੋਨੀਆਂ ਦੀ ਘਟਨਾ ਹੋਊਗੀ ਤੁਹਾਡੇ ਨਾਲ। ਇਸ ਤਰ੍ਹਾਂ ਕਰਾਂਗੇ ਅਸੀਂ। ਇਹ ਜਲਿਆਂਵਾਲੇ ਬਾਗ ਦੇ ਅੰਗਰੇਜ਼ਾਂ ਨੇ ਭੇਜਾ ਪਾਇਆ ਸੀ ਕਿ ਨਾਜ਼ੀ ਬਣਦੇ ਹੋ, ਗੋਲੀਆਂ ਨਾਲ ਭੁੰਨਦੇ ਹੁੰਦੇ ਅਸੀਂ ਗੋਲੀਆਂ ਨਾਲ ਭੁੰਨਦੇ, ਲਾਸ਼ਾਂ ਨਹੀਂ ਗਿਰਦੇ ਅਸੀਂ, ਪਰ ਲਾਸ਼ਾਂ ਉਹਨਾਂ ਨੇ ਵੀ ਨਹੀਂ ਗਿਰੀਆਂ ਤੇ ਲਾਸ਼ਾਂ ਤੁਸੀਂ ਵੀ ਨਹੀਂ ਗਿਰਦੇ। ਬੰਦੇ ਉਹਨਾਂ ਨੇ ਨਹੀਂ ਗਿਣਿਆ, ਬੰਦੇ ਤੁਸੀਂ ਵੀ ਨਹੀਂ ਗਿਰਦੇ। ਅਸੀਂ ਤੁਹਾਨੂੰ ਖਬਰਦਾਰ ਕਹਿੰਦੇ ਹਾਂ, काटते लिखा पढ़ लो कि आज तो बात से आप तक के देखो मेरा सब लेकिन आपकी ठोक मत बात देना। संयुक्त मोर्चा बहुत जिंदगी राज कर रहा है, संयुक्त मोर्चा बहुत फायदेमंद राज कर रहा है। अभी साथ में ही रहे समूह से दिखाया कर के देख लो वीडियो। मुंडे कालिया झड़िया नहीं फड़े ने, लाइना के विचाले खड़े ने, पीछे कालिया झड़िया वाले, अगले पासे कालिया झड़िया वाले मुंडे बीजेपी ਦੀਆਂ ਗੱਡੀਆਂ ਕੱਢੀਆਂ ਨੇ ਉਹਨਾਂ ਨੇ। ਉਹਨਾਂ ਗੱਡੀਆਂ ਨੂੰ ਨਹੀਂ ਤੋੜ ਸਕਦੇ ਮੁੰਡੇ, ਉਹਨਾਂ ਗੱਡੀਆਂ ਤੇ ਹਮਲਾ ਨਹੀਂ ਸੀ ਕਰ ਸਕਦੇ ਮੁੰਡੇ। ਜੇ ਉਹਨਾਂ ਤੇ ਨਹੀਂ ਖਰੀਦੀ ਹੈ ਤਾਂ ਸਾਡਾ ਕਿਰਦਾਰ ਦੇਖਣ ਨੂੰ ਮਿਲਿਆ ਕਿ ਉਹ ਲੋਕ ਜਿਹੜੇ ਚੁੱਪ-ਚਾਪ ਗੱਲਾਂ ਕਰਕੇ ਘਰਾਂ ਨੂੰ ਤੁਰੇ ਜਾਂਦੇ ਨੇ, ਤੁਸੀਂ ਡਰ ਕੇ ਤੁਰ ਜਾਂਦੇ ਹੋ। ਆ ਵੀ ਬਲਜੀਤ ਨੇ ਸ਼ਰਮ ਕਰਨੀ ਚਾਹੀਦੀ ਹੈ ਸਾਥੀਓ। ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਦੇ ਭਾਸ਼ਾ ਇਹ ਸਮਝ ਨਹੀਂ ਆਉਣੀ। ਅੰਦੋਲਨ ਨੂੰ ਪੱਕੇ ਕਰੋ। ਇਸ ਇਲਾਕੇ ਦੇ ਵਿੱਚ ਮੋਨੂ ਦੀ ਕਦੇ
बहुत बेस्ट है जिसे मनु खड़ जाता है मुकाबले कोई बंदा खड़ने की कोशिश नहीं करता। अज भी स्टेज तो चैलेंज करते हैं मोदी साहब, सुनते होने तेरे कल तेरे सके सकेले सुनते होने। आज स्टेज तो ऐलान करते हैं ऐसी करा करांगे, हर साल इस इलाके दे विच कोई ना कोई फंक्शन करा करांगे, आवांगे तेरे इलाके दे विच तेनू भी देख लांगे ते तू अपना जबर करता रह, असीं अपना सबर दा मुकाबला करते रहांगे, आखिर जित के निकलांगे। ਤੁਹਾਡਾ बहुत बहुत धन्यवाद। राहल जी तो बाद कृष्णा अधिकारी जी और ऑल इंडिया किसान महासभा के लीडर ने है ऐसे एरिए जो ने, और मेरी अपील है कि बहुत तंग थावां तो लोग निकल के आ रहे हैं, जिवें पहला कहा मेरे को भी एक दो शिकायतां आईयां ने कि रोकिया जा रहा रस्ते में। पुलिस अधिकारियों को अपील है, लड़ाई तो लड़ा, हमारा एक ही मकसद है कि हमारी जो कृषि की भूमि है, जमीन है और हमारी उपज है, इसकी लूट हमें किसी तरह से बर्दाश्त नहीं है। कब तक राज हम कायम नहीं होने देंगे। और आखिर में फिर मैं कहूँगा कि जो शहीदों की कुर्बानी है सिर्फ यूपी के 75 जिलों में नहीं, देश के हर प्रांत में, हरियाणा पंजाब समेत हर प्रांत में जाएगी। मैं हरियाणा से आता हूँ, हमारे हरियाणा के कोना कोना से यात्रा चलते हुए सिंगू बॉर्डर पर और टीपी बॉर्डर पर शहीदों की ये अंतिम यात्रा समापन होगी। और इस तरह से जो जो हमारे संघर्ष संयुक्त मोर्चा का जो जो मांग है उसके लिए हम बहुत ही जान लगाएंगे और जीतेंगे। धन्यवाद सर। एक बहुत बड़ा कार्यक्रम का आयोजन संयुक्त किसान मोर्चा की तरफ से किया गया है। आप सभी लोग भली बात जानते हैं जो कि 3 तारीख को यहाँ पे एक बहुत बड़ी घटना हुई है, जिस घटना में हमारे बहुत ही सम्मानीय सरदार नक्षत्र सिंह जी, सरदार लवप्रीत सिंह जी और सरदार दलजीत सिंह जी, सरदार गोविंदर सिंह जी और हमारे सम्मानीय रमन कश्यप जी, जिनकी इस घटना में किसानी आंदोलन को लेकर के शहादत हुई है। तो दोस्तों, हमारे इस भारतवर्ष में जब जब भी इस देश को और यहाँ के सारे भारतवासियों को जब भी कहीं जरूरत पड़ी है तो हमारे शूरवीरों ने शहादतें दी हैं। और जब जब शहादतें हुई हैं, उनकी शहादतों ने उनके लहू से लिखा हुआ इतिहास जो है उसने इस भारतवर्ष के लिए बहुत बड़ा इतिहास सिरजा है। इन शहादतों से एक बहुत बड़ी क्रांति आई है जो कि आप सभी लोग बहुत बड़ी गिनती में सभी के हृदय में दर्द है। जिस दिन ये भयानक घटना यहाँ पे हुई है उस दिन से हमारे हृदय में एक बहुत बड़ा दर्द है कि वो महान शूरवीर योद्धे जिन्होंने यहाँ इस किसानी आंदोलन को समर्पित होकर के अपनी शहादतें दी है, उनकी शहादतें व्यर्थ नहीं जाएंगी। उनकी शहादतों के उनके यहाँ धरती के ऊपर गिरे हुए खून का कतरा कतरा इस आंदोलन में एक बहुत बड़ा रंग लेके आया है और हमेशा उनके नाम को याद किया जाएगा। उनको शहीदों में शामिल किया गया है। जहां हमारे दिल्ली के बॉर्डरों पे 700 के करीब किसान शहीद हुए हैं, उन्हीं किसानों में टिकैत साहब ने उसी दिन यहाँ से संयुक्त किसान मोर्चा की तरफ से अनाउंस कर दिया था कि इन शहीदों को प्रमुख तौर पे उन्हीं शहीदों की लिस्ट में इनका सम्मानजनक नाम लिखा जाएगा और नाम लिया जाएगा। इस क्षेत्र में इन शहीदों ने अपनी कुर्बानी देके अपना लहू बहा करके एक बहुत बड़ा यूं कह लो तो कोई अतकथनी नहीं है कि यहाँ एक तीर्थ स्थल बना दिया है। ये धरती एक पूजनीय धरती हो गई है जहाँ पे उन योद्धाओं ने हमारी आने वाली पीढ़ियों के लिए और हमारे किसानों के लिए बहुत बड़ा संघर्ष करते हुए शहादत प्राप्त की है। उनकी शहादत को हम सभी लोग कोटि कोटि नमन करते हैं। और आइए एक कविता के रूप में अपने ग्रुप के द्वारा मैं उन सभी शहीदों को
नमन करता हुआ श्रद्धांजलि व्यक्त करता हूँ और परम पिता परमात्मा के चरणों में एक निवेदन अरदास करता हूँ कि हे परम पिता परमात्मा, इन शहीदों की शहादत जो है वो इस आंदोलन में एक नया मोड़ लेके आई है, नया बल दिया है और नई ताकत के साथ, नए जोश के साथ आज किसान जो है फिर आंदोलित हुआ है। और आइए उस कविता को आपके समक्ष रखना चाहता हूँ जो शहीदों को नमन करती हुई ये कविता, चाहे वो पंजाबी में है लेकिन आप बड़े अच्छे तरीके से उस काव्य को समझ पाएंगे। मुझे लगता है कि शायद हमारे शहीद रमन कश्यप जी का परिवार जो है वो मंच पे पहुंच चुका है, शहीदों के परिवार मंच पे पहुंच रहे हैं, इनका स्वागत है। इन लोगों की महान कुर्बानी है, वो मां धन्य है जिसकी कोख से वो शहीद पैदा हुआ, वो बाप धन्य है। जुगो जुग अटल धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ जी की हजूरी में बैठी किसान ते किसानी को प्यार करने वाले किसान मजदूर ते हर इस देश के नागरिक को वाहिगुरू जी का खालसा वाहिगुरू जी की फतेह। साडे 5 शहीद जिन्हां दी अंतिम अरदास लई असीं पूरे देश तो इत्थे इकट्ठे होए हैं, वो अज साडा धर्म भी किसानी, साडा मजहब भी किसानी, साडी जात भी किसानी, असी किसान है, किसान ते मजदूर की लड़ाई लड़ रहे, पिछले 1 साल तो भी ऊपर संघर्ष कर रहे हैं। 11 महीने के करीब दिल्ली के बॉर्डर से साडे संयुक्त किसान मोर्चा के सारे जथेबंदियां जो मिलकर संयुक्त किसान मोर्चा के छाया के थले इस अंदोलन को लड़ रहे हैं। पूरे देश का अंदोलन है। इसके जो साढ़े शहीद होए ने, ये पहलों किसी इन्होंने परिवारों के शहीद से हुणे पूरे देश के शहीद आ। पूरे देश के हर एक उस नागरिक के अन्न पैदा करने वाले ते अन्न खाने वाले के शहीद है। इन्होंने शहीदों को असीं सजदा करते हैं। साथियों, थोड़ी देर पहलों साढ़े साथी बोल रहे थे भी हरियाणा जथेबंदियों वाले पहुंचे नहीं, सारे ही जदों एक घटना देखी उदों मेरा ख्याल कोई किसान मजदूर कोई ऐसा इस देश का वसिंदा नहीं होगा जिन्हें इस घटना को देखते हुए कोई दुख ना प्रकट किया होवे। ते असीं ते किसान ते मजदूर ते लड़ाई लड़ रहे हैं। पूरे वीरां करते हुए लखीमपुर खीरी नूं लोग आ रहे सी, लेकिन उस ही दौरान हरियाणा के मुख्यमंत्री खट्टर ने भी बहुत बड़ा गंदा बयान दिता सी भी इन्हां नूं ਲੱਠ उठा लो, 700-800 हज़ार गुंडे हर जिले में तैयार करो तो किसानों के सिर फोड़ो। जिवें अजय मिश्रा टैनी ने 10 दिन 15 दिन पहलों किया सी, उवें ही हरियाणा के मुख्यमंत्री ने किया सी। ते साडे संयुक्त किसान मोर्चा ते मीटिंग भी हुई सी। असीं वो मोर्चा भी संभालना सी, साडे सीनियर आगुआं ने ते इधर भी सी। ये सारा साडा परिवार, पूरे देश का परिवार जिन्हां ने इस देश नूं इन्नी वड्डी कुर्बानियां दे के साडे जिहड़े शहीद ने 5 शहीद रहिंदी दुनिया तक, जिवें भगत सिंह, राजगुरू, सुखदेव, करतार सराभे का नाम है, उन्हां दे विच इन्हां दा नाम ते ये इतिहास जो इत्थे सिरजिया गया है उसका नाम रहूगा। ते मैं यही आश्वासन दिवाना है, अज इस पूरा परिवार, ये पूरे देश का परिवार इन्हां शहीदों के नाल है। ते उन्नी देर तक, जिन्नी देर तक इंसाफ नहीं मिलता, उन्नी देर तक साडा संघर्ष जारी रहेगा। संयुक्त किसान मोर्चा लंबा नहीं बोलूंगा, मैं बीमार भी चल रहा हूँ, पेट भी तकलीफ कर रहा है। सिर्फ एक प्रार्थना आप लोगों से जरूर करना चाहूंगा, पूरे भारतवर्ष के किसान को इस गद्दी के ऊपर बैठे लोग छोटे बड़े किसान के नाम से, जातियों के नाम से, धर्म के नाम से जो बांटना चाहते वो सुन ले। ये किसान और मजदूर का आंदोलन है, ये किसी जाति का आंदोलन नहीं, किसी धर्म का आंदोलन नहीं, ये किसी स्टेट का आंदोलन नहीं। क्या समझते हैं आप हमारे को बांट देंगे? आपकी पुरानी नीति हम समझ चुके। आरएसएस के साथी जो राष्ट्रवाद के नाम पर इस देश के अंदर जातीय दंगे करवाते, राष्ट्रवाद के नाम पर आप धार्मिक उन्माद बनाते। इस देश का हर किसान, हर मजदूर भाई था, भाई है, भाई रहेगा। ये देश किसी एक संस्कृति का देश नहीं है।
राजनीति की विचारधारा का देश नहीं है। ये सभी संस्कृतियों को मिलकर के, सभी धर्मों को मिला करके और सभी जातियों को मिला करके इतना सुंदर फूल है, इसे हम बर्बाद नहीं होने देंगे। और मेरी सभी किसान साथियों से भी हाथ जोड़ करके प्रार्थना है, जो हमारे खिलाफ पिछले तरह बड़ी बड़ी साजिशें रची गई, हमारे को पकड़ने की जो कोशिश की गई, आप लोगों ने बड़ा मुंह तोड़ जवाब दिया। आगे भी आप इसी तरह एकता बढ़ा करके आगे चलेंगे। इन्हीं बातों के साथ कोई गलत बात नहीं, माफी चाहूंगा। धन्यवाद साथियों। जेकर साहेब मन हो न विसरे